ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਪਰਸੋਂ ਬੀਤਿਆ ਪਰਸੋਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਆਗਮਨ ਪੁਰਬ, ਜੋ ਸੰਸਾਰ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਨੇ ਬੜੀ ਸ਼ਰਧਾ ਭਾਵਨਾ ਪਿਆਰ ਨਾਲ ਮਨਾਇਆ ਹੈ। ਤੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਪਰਸੋਂ ਤੋਂ ਵੀ ਦੀਵਾਨ ਸਜੇ ਸਨ, ਕੱਲ੍ਹ ਵੀ ਬੱਚਿਆਂ ਦਾ ਪ੍ਰੋਗਰਾਮ ਸੀ। ਇਸੇ ਸੰਬੰਧ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਜ ਉਸ ਪਰਮਾਤਮਾ ਦੇ ਗੁਰੂ ਰੂਪ ਪਰਮਾਤਮਾ ਦੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਗੁਣ ਗਾਉਣ ਦਾ ਸੁਭਾਗ ਫੇਰ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਪਾਰਾ ਮਹਾਰਾਜ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਸਤਿਗੁਰੂ ਆਪਣੇ ਉਸ ਦਰਗਾਹ ਦੇ ਵਿੱਚ ਸਭ ਦੀ ਹਾਜ਼ਰੀ ਪ੍ਰਵਾਨ ਕਰ ਲੈਣ। ਆਓ ਕੁਝ ਸਮਾਂ ਸਤਿਗੁਰੂ ਦੀ ਸਿਫਤਾਂ ਦੇ ਵਿੱਚ ਜੁੜੀਏ। ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆਂ, ਨਦੀਆਂ ਤੇ ਵਾ ਪਵੇ ਸਮੁੰਦ ਨਾ ਜਾਣੀਏ। ਦੇਖੋ, ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਆਪ ਰੋਜ਼ਾਨਾ ਦੇ ਨਿੱਤ ਦੇ ਅਭਿਆਸੀ ਬੈਠੇ ਹੋ, ਨਿਤਨੇਮੀ ਬੈਠੇ ਹੋ। ਇਹ ਪੰਕਤੀ ਸਾਨੂੰ ਦਰਸਾਉਂਦੀ ਹੈ ਕਿ ਸਾਲਾਹੀ ਸਲਾਹ ਏਤੀ ਸੁਰਤ ਨਾ ਪਾਈਆਂ। ਦੇਖੋ, ਉਸ ਪਰਮਾਤਮਾ ਦੀਆਂ ਵਡਿਆਈਆਂ ਸਿਫਤਾਂ ਕੋਈ ਵੀ ਨਹੀਂ ਕਰ ਸਕਦਾ। ਕੋਈ ਅੰਤ ਉਸ ਦਾ ਪਾ ਨਹੀਂ ਸਕਦਾ, ਕੋਈ ਉਸ ਦੀ ਵਿਆਖਿਆ ਨਹੀਂ ਕਰ ਸਕਦਾ। ਇਸ ਪੰਕਤੀ ਨੂੰ ਆਧਾਰ ਬਣਾ ਕੇ ਅਸੀਂ ਇਸ ਦੇ ਆਲੇ ਦੁਆਲੇ ਵਿਚਾਰ ਨੂੰ ਰੱਖਣ ਦਾ ਯਤਨ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੀਆਂ ਸਿਫਤਾਂ ਏਤੀ ਸੁਰਤ ਨਾ ਪਾਈਆਂ। ਭਾਵ ਕਿ ਕਿਸੇ ਨੂੰ ਵੀ ਸਿਫਤਾਂ ਕਰਕੇ ਇਸ ਤਰ੍ਹਾਂ ਦੀ ਸੂਝ ਨਹੀਂ ਪ੍ਰਾਪਤ ਹੋਈ ਕਿ ਉਸਨੇ ਪਰਮਾਤਮਾ ਦੀ ਵਡਿਆਈ ਕਰਕੇ ਉਸ ਨੂੰ ਅੰਤ ਪਾ ਲਿਆ ਹੈ। ਮਹਾਰਾਜ ਉਦਾਹਰਨ ਦਿੰਦੇ ਨੇ ਨਦੀਆਂ ਅਤੇ ਵਾਹ। ਦੇਖੋ, ਇਹਨੂੰ ਪੜ੍ਹਨਾ ਵੀ ਇਸ ਤਰ੍ਹਾਂ, ਅਕਸਰ ਅਸੀਂ ਗਲਤ ਪੜ੍ਹ ਜਾਂਦੇ ਹਾਂ ਨਾ ਸਮਝੀ ਕਰਕੇ। ਨਦੀਆਂ ਤੇ ਵਾਹ ਪਵੇ ਕਹਿੰਦੇ ਆ, ਨਹੀਂ, ਨਦੀਆਂ ਅਤੇ ਵਾਹ। ਵਾਹ ਕਹਿੰਦੇ ਨੇ ਨਾਲਿਆਂ ਨੂੰ, ਛੋਟੇ ਨਾਲੇ ਜਿਹੜੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਨਦੀਆਂ ਤੇ ਨਾਲੇ, ਨਦੀਆਂ ਤੇ ਵਾਹ ਪਵੇ ਸਮੁੰਦ, ਉਹ ਸਮੁੰਦਰ ਵਿੱਚ ਪੈ ਜਾਂਦੇ ਨੇ। ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ, ਫਿਰ ਉਸ ਦੀ ਹੋਂਦ ਖਤਮ ਹੋ ਜਾਂਦੀ ਹੈ। ਸੋ ਕਹਿਣ ਤੋਂ ਮੁਰਾਦ, ਪਰਮਾਤਮਾ ਦੀ ਅਸੀਂ ਵਡਿਆਈ ਕਰ ਸਕਨੇ ਹਾਂ ਪਰ ਅੰਤ ਨਹੀਂ ਪਾ ਸਕਦੇ। ਕੋਈ ਵੀ ਅੰਤ ਨਹੀਂ ਪਾ ਸਕਦਾ। ਕੋਈ ਵੀ ਮੁਕੰਮਲ ਪਰਮਾਤਮਾ ਦੀ ਵਿਆਖਿਆ ਨਹੀਂ ਕਰ ਸਕਦਾ। ਅਸੀਂ ਉਸਤਤ ਕਰ ਸਕਨੇ ਹਾਂ,
क्योंकि उस्तत हर कोई कर सकता है, पर उस दा व्याख्या कोई नहीं कर सकता, क्योंकि असीम है, वो साढ़े ज्ञान इंद्रियां तो परे है। तो महाराज कहते ने कि असी परमात्मा दियां सिफतां दे विच जुड़न दा यतन करिए। सुन वड्डा आखे सब कोए, असी सुनते पे हाँ किन्ने चिर तो, सुन सुन के असी यही कह रहे हैं ना, किन्ना वड्डा है परमात्मा। सुन वड्डा आखे सब कोए, मारे कहते ने केवड़ वड्डा डीठा होए। किन्ना वड्डा है ये तो वही दस सकता है जिन्हें देखा है। कीमत पाए ना कहा जाए, कहने वाले तेरे रह समाए। कहण वाले ते उहदे विच समा गए समुंदर दे विच, पर उहदा बयान नहीं कर सके। असी सारे मिल के, सारी धरती दे जीव मिल के, जिहड़े पहले भी चले गए ने, समझो सारे असी मिल के जे प्रभु परमात्मा दीयां सिफतां करिए ना, तां भी उसदी अंत नहीं पा सकते। जे सब मिल के आखण पाहे, वड्डा ना होवे घाट ना जाए। असी सिफतां करिए या ना करिए, उन्हें कोई छोटा नहीं होना, ते जे ना करिए तो उहदे वड्डेपन विच कोई फर्क नहीं पैना, क्योंकि परमात्मा अपने आप विच मुकम्मल है। और उस मुकम्मल नूं असी सिफतां गाणियां ने उहदियां, बस उहदे अंत तक नहीं पहुंचना। तो महाराज गुरु हरकृष्ण पातशाह दियां असी सिफतां कर सकने हाँ, पर कोई भुलेखा ना खा जाए मेरे वर्गा अलपग जीव कि छोटी उम्र है, किस तरह गुरु हो सकता है। देखो, मैं अज सोच रहा सी, जद तक बच्चा 18 साल का नहीं हुंदा ना, तवज्जो देना, जद तक बच्चा 18 साल का नहीं हुंदा, वो वोट नहीं पा सकता। एक कानूनन आप जानते हो, उहदा लाइसेंस, ड्राइविंग लाइसेंस भी नहीं बन सकता इत्थों तक। और इत्थों तक उहदी मैरिज भी नहीं हो सकती, क्योंकि 18 साल का नहीं होया। इत्थों तक होर मैं सोच रहा सी, मैं कि उहदी जॉब भी नहीं लग सकती, क्योंकि जे इस तो छोटे ते लावांगे फिर वो बाल कानून दे विच आ जाएगा। पर देखो, 18 साल तक प्रशासन उसनूं इन्ने अधिकार नहीं देंदी, पर गुरबाणी दी ध्यान देना, रूहानियत दी कह लो या अध्यात्मक मंडल दी कह लो, या परमारथ दे होर सौखा ले लीए, परमारथ दे रस्ते दी पढ़ाई ते दुनियावी पढ़ाई च बहुत अंतर है। इनू आपस विच इक्को जिहा ना समझ लईए, किथे ये असी टपला ना खा जाइए। इस गल दा जरा तवज्जो देना सी कि इतनी छोटी उम्र दा बालक, जिन्हों हले प्रशासन, जे दुनिया की पढ़ाई देखिए तो हले ठीक तरह बोल भी नहीं पाता। पर साध संगत ऐसी गल नहीं है, ये परमारथ की पढ़ाई का कुछ होर ही रस्ता ही, मार्ग ही अलग है। इत्थे ते छोटी उम्र के गुरु भी बन जाते हैं ते वड्डी उम्र के भी गुरु बन जाते हैं। मैं कई वेखे ने 80-80 साल के बुजुर्ग, पर सोझी नहीं है, वो अज भी बच्चों वाली गल्लां करते हैं। पर कई ऐसे भी हैं जेड़े बच्चे होके बुजुर्गों की गल करते हैं। दूर किथे जाते हो, तुहाडे जहन विच गल होनी है। पहली वारी जदों गुरु नानक मिले उस बालक नूं, 12 साल का बालक सी, जद विचार विटांदरा होया ते सुभाविक पुछ लिया गुरु साहब ने, तेरा नाम की है बच्चिया? कहंदा बूढ़ा। महाराज कहंदे ने
तू बूढ़ा नहीं बुढ़ा है। ਇਹ ਕਿਉਂ ਕਿਹਾ? ਕਿਉਂਕਿ ਉਸ ਦੇ ਵਿਚਾਰ ਧਾਰਾ ਜਿਹੜੀ ਸੀ ਨਾ, ਸੋਚ ਮੰਡਲ ਸੀ, ਉਹ ਬਜ਼ੁਰਗਾਂ ਵਾਲੀ ਸੀ। ਛੋਟੀ ਉਮਰ ਵਿੱਚ ਇਤਨੀ ਵੱਡੀ ਗੱਲ ਕਰਦੇ ਨਹੀਂ ਕਿ ਗੁਰੂ ਸਾਹਿਬ ਨੂੰ ਜਦ ਲੰਗਰ ਛਕਾਇਆ, ਮਿੱਸੇ ਪ੍ਰਸ਼ਾਦੇ ਤੇ ਲੱਸੀ ਜਦ ਛਕਾਈ ਤੇ ਸਵਾਲ ਕਰ ਦਿੱਤਾ, ਸਤਿਗੁਰੂ ਨੇ ਕਿਹਾ ਤ੍ਰਿਪਤੀ ਹੋ ਗਈ ਪੇਟ ਦੀ। ਤੇ ਇੱਕਦਮ ਸਵਾਲ ਕੀਤਾ, ਮਹਾਰਾਜ ਜੇ ਪੇਟ ਦੀ ਤ੍ਰਿਪਤੀ ਖਾਣ ਨਾਲ ਹੁੰਦੀ ਹੈ ਤੇ ਆਤਮਾ ਦੀ ਤ੍ਰਿਪਤੀ ਕਿਹਦੇ ਨਾਲ ਹੁੰਦੀ ਹੈ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬੱਚਿਆ ਤੂੰ ਬੂढ़ा ਨਹੀਂ ਬੁੱਢਾ ਹੈ। ਔਰ ਅੱਜ ਤੱਕ ਬਾਬਾ ਬੁੱਢਾ ਜੀ ਦੇ ਨਾਮ ਤੋਂ ਸਾਰਾ ਸੰਸਾਰ ਉਹਨਾਂ ਨੂੰ ਜਾਣਦਾ ਹੈ। ਔਰ 125 ਸਾਲ ਦੀ ਆਰਜਾ ਔਰ ਸਭ ਤੋਂ ਵੱਡੇ ਉਮਰ ਦੇ 113 ਸਾਲ ਗੁਰੂ ਨਾਨਕ ਦੇ ਘਰ ਦੀ ਕਾਲ ਕਮਾਈ ਕੀਤੀ ਹੈ। ਇੱਥੇ ਉਮਰ ਦੀ ਗੱਲ ਨਹੀਂ ਹੈ। ਸਾਡੇ ਵਰਗੇ 50 ਟੱਪਣ ਤੋਂ ਬਾਅਦ ਵੀ ਬੱਚਿਆਂ ਵਾਲੀ ਗੱਲਾਂ ਕਰਦੇ ਨੇ, ਪਰ ਜਿਹੜੀ ਪਰਮਾਰਥ ਦੀ ਪੜ੍ਹਾਈ ਹੈ ਉਹ ਵੱਖਰੀ ਹੈ। ਇਸ ਕਿਸ ਨੂੰ ਸੋਝੀ ਆ ਜਾਏ? ਮਾਰੇ ਕਹਿੰਦੇ ਸਾਲ ਆਹੀ ਸਲਾਹ ਏਤੀ ਸੁਰਤ ਨਾ ਪਾਈਆਂ। ਉਹ ਸੂਝ ਸਿਫਤਾਂ ਕਰਕੇ ਕੋਈ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਨਹੀਂ ਹੋ ਸਕਦਾ। ਇੱਥੇ ਤੇ ਬਾਲਕ ਨੂੰ ਇਤਨਾ ਮਾਨ ਮਿਲਿਆ ਹੈ। ਕੀ ਉਮਰ ਸੀ? 5 ਬਰਕ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦਾ ਹੀ ਸੀ ਨਾ ਧਰੂ। ਔਰ ਕਿਹੜੀ ਭਗਤੀ? ਅਮਰ ਭਗਤੀ। ਸਿਮਰ ਕੇ ਪਰਮਾਤਮਾ ਨੂੰ ਅਮਰ ਪਦਵੀ ਪਾ ਲਈ, ਐਸੀ ਉੱਚੀ ਪਦਵੀ ਪਾ ਲਈ। ਅਸਮਾਨ ਦੇ ਵਿੱਚ ਕਦੀ ਵੇਖੋ ਧਰੂ ਤਾਰਾ ਹੈ, ਉਹ ਵੱਖਰਾ ਹੀ ਨਜ਼ਰ ਆਉਂਦਾ ਹੈ। ਉਮਰ ਕਿੰਨੀ ਸੀ? 5 ਸਾਲ। 8 ਸਾਲ ਦੇ ਪ੍ਰਹਲਾਦ, ਰੋਜ਼ ਪੜੀਦਾ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਜੇ ਉਮਰ ਦਾ ਹਿਸਾਬ ਲਾਈਏ ਤੇ 8 ਸਾਲ। ਇੱਥੇ ਉਮਰ ਦਾ ਤਕਾਜ਼ਾ ਨਹੀਂ ਹੈ। ਇੱਥੇ ਉਮਰ ਦੀ ਇਹ ਨਹੀਂ ਕਿ ਕੋਈ ਛੋਟੀ ਉਮਰ ਦਾ ਹੈ ਤੇ ਅਸੀਂ ਉਹਨੂੰ ਐਕਸੈਪਟ ਨਹੀਂ ਕਰੀਏ, ਨਹੀਂ। ਅੱਜ ਕੋਈ ਬੰਗਲਾ ਸਾਹਿਬ ਜਾਵੇ ਤੇ ਕਹੇ ਕਿ ਛੋਟੀ ਉਮਰ ਦਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ, ਤੇ ਉਹ ਸ਼ਰਧਾਹੀਨ ਹੈ, ਉਹਦੀ ਮੱਤ ਥੋੜੀ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਜਪਣ ਦੀ ਵੀ ਜਿਹੜੀ ਉਦਾਹਰਣ ਦਿੱਤੀ ਹੈ ਨਾ, ਇਹਨਾਂ ਬਾਲਕਾਂ ਦੀ ਦਿੱਤੀ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਦੇਖੋ ਇਹਨਾਂ ਦੋਨੋਂ ਬਾਲਕਾਂ ਦੇ ਵੱਲ ਇਸ਼ਾਰਾ ਕਰਕੇ ਕਬੀਰ ਸਾਹਿਬ ਕਹਿ ਰਹੇ ਨੇ ਕਿ ਭਾਈ ਜੇ ਨਾਮ ਜਪਣਾ ਹੀ ਨਾ, ਜਿਸ ਤਰ੍ਹਾਂ ਧਰੂ ਨੇ, ਜਿਸ ਤਰ੍ਹਾਂ ਪ੍ਰਹਲਾਦ ਨੇ ਜਪਿਆ ਨਾ ਭਾਈ, ਤੂੰ ਵੀ ਇਸ ਤਰ੍ਹਾਂ ਨਾਮ ਜਪ। ਔਰ ਦੇਖੋ ਜੋ ਇਸ ਤਰ੍ਹਾਂ ਦਾ ਨਾਮ ਜਪਦਾ ਹੈ ਨਾ, ਉਦਾਹਰਨ ਕੀ ਦਿੱਤੀ? ਬੱਚੇ ਦੀ। ਜਿਸ ਬੱਚੇ, ਦੇਖੋ ਰੱਬ ਮੇਰੇ ਵਿੱਚ ਵੀ ਹੈ, ਰੱਬ ਤੁਹਾਡੇ ਵਿੱਚ ਵੀ ਹੈ, ਰੱਬ ਸਾਰਿਆਂ ਵਿੱਚ ਹੈ। ਇਹ ਜੋ ਕੁਝ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ, ਰੱਬ ਹੀ ਤੇ ਹੈ। ਪਰ ਕਿਸੇ ਨੇ ਕਿਹਾ ਜੇ ਸਾਰਿਆਂ ਵਿੱਚ ਰੱਬ ਹੈ ਤੇ ਫਿਰ ਰੱਬ ਨਜ਼ਰ ਕਿਉਂ ਨਹੀਂ ਆਉਂਦਾ? ਰੱਬ ਉਹਨੂੰ ਨਜ਼ਰ ਆਉਂਦਾ ਹੈ ਜਿਹੜਾ ਰੱਬ ਨਾਲ ਗੱਲ ਕਰਦਾ ਹੈ। ਪ੍ਰਗਟ ਅਸੀਂ ਕਰਨਾ ਹੈ, ਅਸੀਂ ਰੱਬ ਨਾਲ ਗੱਲ ਕਰਕੇ ਰੱਬ ਨੂੰ ਪ੍ਰਗਟ ਕਰਨਾ ਹੈ। ਤੋ ਪਾਤਸ਼ਾਹ ਕਹਿੰਦੇ ਨੇ ਕਿ ਸਾਲ ਆਹੀ ਸਲਾਹ ਏਤੀ ਸੁਰਤ ਨਾ ਪਾਈਆਂ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ। ਉਸ ਪਰਮਾਤਮਾ ਦੀ ਗਹਿਰਾਈ ਨੂੰ ਕੋਈ ਨਹੀਂ ਜਾਣ ਸਕਦਾ। ਇੱਥੇ ਤੇ 94 ਸਾਲ ਦੇ ਬਿਰਧ ਬਾਬਾ ਅਮਰਦਾਸ ਜੀ, ਹਿਰਦੇ ਨਾਲ ਆਖੋ ਧੰਨ ਧੰਨ ਬਾਬਾ ਅਮਰਦਾਸ ਜੀ। 94 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ ਹੋਏ ਹਨ। ਦੇਖੋ ਉਮਰ ਦੀ ਗੱਲ ਹੋਵੇ, ਪਰ ਗੱਲ ਉਮਰ ਦੀ ਨਹੀਂ। ਗੁਰਮਤ ਦੇ ਅੰਦਰ ਕੋਈ ਬੁੱਢਾ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ। ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਸੁਰਤੀ ਦੇ ਅੰਦਰ ਗਿਆਨ, ਉਸ ਨਾਮ ਦਾ, ਸ਼ਬਦ ਦਾ ਦੀਵਾ ਜਗ ਕੇ ਹੈ ਨਾ,
ਉਹ ਸਰੀਰ ਕਰਕੇ ਭਾਵੇਂ ਬੁੱਢੇ ਹੋ ਜਾਣ ਪਰ ਸੁਰਤ ਕਰਕੇ ਬੁੱਢੇ ਨਹੀਂ ਹੁੰਦੇ। ਕਈ ਸੁਰਤ ਕਰਕੇ ਬਚਪਨ ਤੋਂ ਹੀ ਬੁੱਢੇ ਹੋ ਜਾਂਦੇ ਨੇ, ਭਾਵ ਕਿ ਉਹ ਸੁਰਤ ਦੇ ਵਿੱਚ ਵਿਕਾਰ ਆ ਜਾਂਦੇ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ 94 ਸਾਲ ਦੀ ਉਮਰ ਵਿੱਚ ਵੀ ਬੁੱਢੇ ਨਹੀਂ ਸਨ। ਹੋਰ ਦੂਰ ਕਿੱਥੇ ਜਾਂਦੇ ਹੋ। 98 ਸਾਲ ਦੀ ਉਮਰ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ ਗਏ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਨੇ, ਅਰਜਨ ਦੇਵ ਮਹਾਰਾਜ ਮੈਂ ਤੇ ਬਿਰਧ ਹੋਇਆ ਪਿਆ ਵਾਂ, ਗ੍ਰੰਥੀ ਥਾਪਣਾ ਤੇ ਭਾਈ ਗੁਰਦਾਸ ਜੀ ਕਾਂਸੀ ਤੋਂ, ਜਿੱਥੋਂ ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ, ਪੜ੍ਹਾਈ ਕੀਤੀ, ਹੋਰ ਗਿਆਨਵਾਦ ਬੜੇ ਨੇ, ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਉਂ ਚੁਣਿਆ? ਇੱਥੇ ਉਮਰ ਦੀ ਗੱਲ ਨਹੀਂ ਹੈ। ਕਦੀ ਨਾ ਸੋਚਿਆ ਕਰੋ ਮੈਂ 60 ਦਾ ਹੋ ਗਿਆ, ਮੈਂ 70 ਦਾ ਹੋ ਗਿਆ। ਦੇਖੋ ਹਾਂ, ਗੌਰਮੈਂਟ 60 ਸਾਲ ਦੀ ਰਿਟਾਇਰ ਕਰ ਦਿੰਦੀ ਏ, ਪਰ ਦੇਖੋ ਗੁਰੂ ਅਮਰਦਾਸ ਪਾਤਸ਼ਾਹ 60 ਸਾਲ ਦੀ ਉਮਰ ਹੀ ਗੁਰੂ ਘਰ ਵਿੱਚ ਆਏ। ਕਦੀ ਨਾ ਸੋਚਿਆ ਕਰੋ ਮੇਰੀ ਉਮਰ ਵੱਧ ਰਹੀ ਹੈ। ਨਹੀਂ, ਤੇਰੀ ਸੁਰਤ ਵਿੱਚ ਜੇ ਰੱਬ ਟਿਕਿਆ ਹੈ ਨਾ ਤੇ ਉਹਦੇ ਅੰਦਰ ਜਵਾਨੀ ਹੈ। ਗੁਰੂ ਸਾਹਿਬ ਕਹਿੰਦੇ ਤੇਰੀ ਸੁਰਤ ਜਵਾਨ ਹੋਣੀ ਚਾਹੀਦੀ ਹੈ, ਉਹਨੂੰ ਵਿਕਾਰਾਂ ਦੀ ਮੈਲ ਨਹੀਂ ਲੱਗੀ ਹੋਣੀ ਚਾਹੀਦੀ, ਤਾਂ ਹੀ ਫਾਇਦਾ ਹੈ ਨਾ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਕਿਤਨੀ ਆਰਜ਼ਾ ਸੀ, 5.5 ਸਾਲ ਕੀ ਹੁੰਦੀ ਹੈ। ਘਰਾਂ 'ਚ ਸਾਡੇ ਵੀ ਬੱਚੇ ਨੇ, ਤੁਹਾਡੇ ਵੀ ਬੱਚੇ ਨੇ। 5.5 ਸਾਲ ਦਾ ਬੱਚਾ ਤੇ ਪ੍ਰੋਪਰ ਬੋਲ ਵੀ ਨਹੀਂ ਪਾਉਂਦਾ, ਪਰ ਜਦੋਂ ਸ਼ਬਦ ਦਾ ਦੀਪਕ ਜੋਤ ਗੁਰੂ ਦੀ, ਕਿਉਂਕਿ ਕੰਮ ਤੇ ਜੋਤ ਕਰ ਰਹੀ ਹੈ। ਸਵਾਲ ਕੀਤਾ ਸੀ ਮਹਾਦੇਵ ਨੂੰ ਪ੍ਰਿਥੀ ਚੰਦ ਨੇ, ਜਦੋਂ ਈਰਖਾ ਵਰਸ਼ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਨਾਲ ਈਰਖਾ ਕਰਦਾ ਸੀ ਨਾ, ਇਹੀ ਗੱਲ ਕਹਿੰਦਾ ਸੀ, ਮਹਾਦੇਵ ਤੂੰ ਗੱਦੀ ਤੇ ਬੈਠ ਜਾ, ਮੈਂ ਸੰਗਤ ਵੀ ਲੈ ਆਵਾਂਗਾ, ਚੰਦੋਆ ਵੀ ਲਗਾ ਦਾਂਗਾ, ਲੰਗਰ ਵੀ ਚੱਲਣਗੇ, ਮਾਇਆ ਵੀ ਆਏਗੀ, ਬੜਾ ਕੁਝ ਹੋਏਗਾ, ਤੈਨੂੰ ਚੋਵਰ ਵੀ ਚੱਲਣਗੇ, ਛੱਤਰ ਵੀ ਝੁੱਲਣਗੇ, ਤੂੰ ਇੱਕ ਵਾਰੀ ਗੱਦੀ ਤੇ ਬੈਠ ਜਾ। ਮਹਾਦੇਵ ਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ ਮਹਾਦੇਵ ਪ੍ਰਿਥੀ ਚੰਦ ਨੂੰ, ਪ੍ਰਿਥੀ ਚੰਦ ਜੀ, ਮੰਨਿਆ ਤੁਸੀਂ ਸੰਗਤ ਵੀ ਲੈ ਆਓਗੇ, ਮੰਨਿਆ ਤੁਸੀਂ ਸੋਹਣੇ ਗਲੀਚੇ ਵੀ ਵਿਛਾ ਦੋਗੇ, ਮੰਨਿਆ ਤੁਸੀਂ ਮਾਇਆ ਵੀ ਇਕੱਠੀ ਹੋ ਜਾਏਗੀ, ਮੰਨਿਆ ਲੰਗਰ ਵੀ ਚੱਲਣਗੇ, ਪਰ ਜਦੋਂ ਕੋਈ ਪਿਆਰ ਵਾਲਾ ਸਿੱਖ ਆ ਕੇ ਕਹੇਗਾ ਮੇਰਾ ਜਨਮ ਮਰਨ ਕੱਟ ਦੋ, ਤੇ ਮੈਂ ਕਿੱਥੋਂ ਕੱਟਾਂਗਾ? ਕੰਮ ਤੇ ਜੋਤ ਕਰਦੀ ਹੈ ਨਾ। ਜੋਤ ਊਹਾ ਜੁਗਤ ਸਾਏ, ਸੇਕਾਇਆ ਫੇਰ ਪਲਟੀਏ। ਹੈ ਤੇ ਗੁਰੂ ਨਾਨਕ ਹੀ ਨੇ, ਜਿਨ੍ਹਾਂ ਨੇ ਹਰਕ੍ਰਿਸ਼ਨ ਪਾਤਸ਼ਾਹ ਨੂੰ ਗੁਰੂ ਨਾਨਕ ਸਮਝਿਆ, ਉਹ ਤੇ ਖੱਟ ਗਏ, ਤੇ ਜਿਹੜੇ ਸ਼ਰਧਾ ਤੋਂ ਹੀਨੇ, ਜਿਨ੍ਹਾਂ ਦੀ ਥੋੜੀ ਮੱਤ ਸੀ, ਉਹ ਉਮਰ ਵਾਲੀ ਵੇਖਦੇ ਵੇਖਦੇ ਖਾਲੀ ਟੁਰ ਗਏ, ਰਹੇ ਗੁਰੂ ਕੋਲ ਹੀ, ਪਰ ਉਮਰ ਦੇ ਲਿਹਾਜ਼ ਨਾਲ ਚੱਲਦੇ ਰਹੇ। ਦੇਖੋ ਬੜਾ ਇਤਿਹਾਸ ਹੈ ਸਾਡੇ ਕੋਲ। ਅਸੀਂ, ਮਹਾਰਾਜ ਕਹਿੰਦੇ ਨੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਤਰਨੀ ਕਾਹੇ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਨਾ ਉਹ ਕਰੋ, ਜੋ ਵੀ ਗੁਰੂ ਕਹਿ ਰਿਹਾ, ਪਰ ਗੁਰੂ ਦੀ ਕਰਨੀ ਦੇ ਉੱਤੇ ਜ਼ਿਆਦਾ ਭੱਜ ਦੌੜ ਨਾ ਕਰ। ਗੁਰੂ ਕਿਵੇਂ ਦਾ ਹੈ ਨਾ, ਉਹਦੀ ਗਹਿਰਾਈ ਵੱਲ ਨਾ ਜਾ। ਜੋ ਗੁਰੂ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹੇ ਉਹ ਮੰਨ ਲਓ। ਗੁਰ ਕੀ ਕਰਨੀ ਕਾਹੇ ਧਾਵੋ, ਉਹਦੇ ਪਿੱਛੇ ਕਿਉਂ, ਕਰਨੀ ਦੇ ਪਿੱਛੇ ਨਹੀਂ। ਗੁਰੂ ਕਿਵੇਂ ਕਰ ਸਕਦਾ ਹੈ, ਸਵਾਲ ਨਾ ਆਵੇ। ਬੰਗਲਾ ਸਾਹਿਬ ਜਾਈਏ, ਮੇਰਾ ਦੁੱਖ ਕਿਵੇਂ ਕੱਟ ਸਕਦਾ ਹੈ, ਨਹੀਂ। ਗੁਰੂ ਦੀ ਕਰਨੀ ਤੇ ਸਮਰੱਥਾ ਤੇ ਉਧਰ ਨਾ ਸੋਚ। ਦੇਖੋ ਕੱਲ ਬੱਚੀ ਇੱਕ ਬੜਾ ਸੋਹਣਾ ਇੱਕ ਚੋਰ ਦੀ ਗੱਲ ਕਰ ਰਹੀ ਸੀ, ਤੇ ਮੈਂ ਧਿਆਨ ਨਾਲ ਸੁਣ ਰਿਹਾ ਸੀ। ਮੈਂ ਕਿਹਾ ਚਲੋ ਵਿਚਾਰ ਹੈ ਤੇ ਇਹਨੂੰ ਐਡ ਕਰ ਦਿੱਤਾ ਜਾਏ। ਲਾਹੌਰ ਤੋਂ, ਜਿਸ ਤਰ੍ਹਾਂ ਉਹਨੇ ਕਿਹਾ, ਬੱਚੀ ਨੇ ਸੰਗਤ ਚੱਲੀ ਕੀਰਤਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਸਭ ਦੀ ਸੋਚ ਸੀ ਕਿ ਇਹ ਬਾਲਕ
ਜੋ ਅਸ਼ਟਮ ਵੀਰਾ ਇਹਨਾਂ ਦੇ ਦਰਸ਼ਨ ਹਰਕ੍ਰਿਸ਼ਨ ਪਾਤਸ਼ਾਹ ਦੇ ਕਰਨੇ ਨੇ। ਸ਼ਰਧਾ ਸੀ, ਭਾਵਨਾ ਸੀ। ਬਾਲਾ ਪ੍ਰੀਤਮ ਸਨ। ਇਹ ਨਾਮ ਦਿੱਲੀ ਤੋਂ ਪਿਆ ਹੈ, ਬਾਲਾ ਪ੍ਰੀਤਮ। ਚੱਲ ਪਏ। ਦੇਖੋ ਅੱਜ ਕੱਲ੍ਹ ਤੇ ਸਾਡੇ ਕੋਲ ਨਾ ਬਹੁਤ ਸੁਵਿਧਾਵਾਂ ਨੇ, ਫੈਸਿਲਿਟੀਜ਼ ਬਹੁਤ ਨੇ। ਸਾਡੇ ਕੋਲ ਗੱਡੀਆਂ ਨੇ, ਕਾਰਾਂ ਨੇ। ਮੈਂ ਐਸੇ ਬੰਦੇ ਵੀ ਦੇਖੇ ਨੇ ਜਿਹੜੇ ਬੰਬੇ ਤੋਂ ਅਪ ਡਾਊਨ ਕਰਕੇ ਹਰਿਮੰਦਰ ਸਾਹਿਬ ਇੱਕ ਦਿਨ ਵਿੱਚ ਆ ਵੀ ਜਾਂਦੇ ਨੇ। ਫੈਸਿਲਿਟੀ ਬਹੁਤ ਨੇ। ਪਰ ਪਹਿਲਾਂ ਦੇ ਇਸ ਤਰ੍ਹਾਂ ਦੇ ਸਾਧਨ ਨਹੀਂ ਹੁੰਦੇ ਸਨ। 2-2 ਮਹੀਨੇ, 3-3 ਮਹੀਨੇ, 6-6 ਮਹੀਨੇ ਪੈਦਲ ਜਾਂਦੇ ਸਨ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ। ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਜਿੱਥੇ ਜਿੱਥੇ ਗੁਰੂ ਸਾਹਿਬ, ਗੁਰੂ ਕੇ ਮਹਿਲ, ਗੋਇੰਦਵਾਲ ਸਾਹਿਬ। ਤੇ ਇੱਕ ਸਿਫਤ ਹੁੰਦੀ ਸੀ ਸੰਗਤ ਵਿੱਚ। ਮੈਂ ਖਾਲੀ ਕਥਾ ਸੁਣਾ ਕੇ ਅੱਗੇ ਨਹੀਂ ਨਿਕਲਣਾ। ਮੈਂ ਚਾਹੁੰਦਾ ਇਹਦੇ 'ਚੋਂ ਇੱਕ ਪੁਆਇੰਟ ਅਸੀਂ ਲਿਆ ਜਾਵੇ। ਦੇਖੋ, ਸਾਨੂੰ ਇਹਦੇ ਵਿੱਚੋਂ ਗੁਰਦੁਆਰੇ ਜਾਣ ਦੀ ਜਾਂਚ ਵੀ ਪਤਾ ਲੱਗੇਗੀ ਜੀ। ਮੈਂ ਇੱਕ ਗੱਲ ਇਹ ਵੀ ਇੱਥੇ ਕਰ ਦੇਵਾਂ, ਕਿਉਂਕਿ ਜਿਹੜੇ ਬੰਦੇ ਗੁਰਦੁਆਰੇ ਜਾਂਦੇ ਨੇ ਉਹ ਵੀ ਇੱਕ ਗੱਲ ਨੋਟ ਕਰ ਲੈਣ। ਦੇਖੋ, ਰਸਤੇ 'ਚ ਚੱਲੇ, ਕੀਰਤਨ ਚੱਲ ਰਿਹਾ, ਕਥਾ ਵਿਚਾਰਾਂ ਚੱਲਦੀਆਂ ਪਈਆਂ ਨੇ। ਰਾਤ ਨੂੰ ਕਿੱਥੇ ਵੇਖੇ ਵਿਸ਼ਰਾਮ ਹੁੰਦਾ ਹੈ। ਇੱਕ ਮੈਨੂੰ ਪੰਕਤੀ ਬੜੀ ਅਪੀਲ ਕਰਦੀ ਹੈ। ਸੂਰਜ ਜਿਹੜੀ ਵਾਹਿਗੁਰੂ ਜਿਹੜੀ ਕਥਾ ਹੁੰਦੀ ਹੈ ਹਰ ਗੁਰਦੁਆਰੇ ਵਿੱਚ, ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗੁਰਦੁਆਰੇ ਜਾਏ ਮਾਰਗ ਮੇਂ ਬ੍ਰਹਮਚਰਤ ਰੱਖੀਏ। ਬੜੇ ਧਿਆਨ ਨਾਲ ਸੁਣਨਾ। ਗੁਰਦੁਆਰੇ ਜਾਏ ਮਾਰਗ ਮੇਂ ਬ੍ਰਹਮਚਰਤ ਰੱਖੀਏ। ਇਹਦਾ ਭਾਵ ਇਹ ਵੇ ਕਿ ਤੁਸੀਂ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਹਰਮੰਦਰ ਸਾਹਿਬ, ਐਨੀ ਕੋਈ ਵੀ ਗੁਰਦੁਆਰੇ ਤੁਸੀਂ ਜਾ ਰਹੇ ਹੋ, ਮੇਰੀ ਗੱਲ ਨੂੰ ਧਿਆਨ ਨਾਲ ਤਵੱਜੋ ਦੇਣਾ। ਜਾਣ ਦਾ ਤਰੀਕਾ ਸਿੱਖ ਲਈਏ। ਦੇਖੋ ਕਿਸ ਤਰ੍ਹਾਂ ਜਾਣਾ ਹੈ। ਅਸੀਂ ਘਰੋਂ ਹੀ ਨਾ ਵਾਹਿਗੁਰੂ ਸਿਮਰਨ, ਗੁਰੂ ਮੰਤਰ, ਜਪਜੀ ਸਾਹਿਬ, ਪੈਂਡਾ ਦੇਖ ਕੇ ਬਾਣੀ ਕੰਠੇ ਤੇ ਵਾਹ। ਉਹ ਪੈਂਡੇ ਵਿੱਚ, ਰਾਹ ਦੇ ਵਿੱਚ ਮਾਰਗ ਮੇਂ ਬ੍ਰਹਮਚਰਤ ਰੱਖੀਏ। ਭਾਵ ਉਸ ਬ੍ਰਹਮ ਪਰਮਾਤਮਾ ਦੀ ਉਸਤਤ ਕਰਦੇ ਜਾਓ। ਤੁਹਾਡਾ ਜਿਹੜਾ ਮੀਟਰ ਹੈ ਨਾ, ਮੀਟਰ ਮਤਲਬ ਕਿ ਦਰਸ਼ਨਾਂ ਦਾ ਮੀਟਰ, ਜਿਹੜਾ ਤੁਸੀਂ ਦਰਸ਼ਨ ਨੂੰ ਕਰਨ ਜਾ ਰਹੇ ਹੋ, ਉਹ ਘਰੋਂ ਹੀ ਚਾਲੂ ਹੋ ਜਾਏਗਾ। ਕੋਸ਼ਿਸ਼ ਕਰੋ ਰਸਤੇ 'ਚ ਗੱਲ ਨਾ ਕਰੋ ਸਾਰੇ ਰਾਹ। ਹੁਣ ਜਿਸ ਤਰ੍ਹਾਂ ਟੈਕਸੀ 'ਚ ਬੈਠਦੇ ਹੋ ਨਾ, ਓਲਾ ਹੀ ਕਰਦੇ ਹੋ, ਜਦੋਂ ਤੁਸੀਂ ਬਹਿੰਦੇ ਹੋ ਉਹਦਾ ਮੀਟਰ ਆਨ ਹੋ ਜਾਂਦਾ ਨਾ, ਬਈ ਤੁਹਾਡਾ ਖਰਚਾ ਤੁਹਾਡਾ ਸਟਾਰਟ ਹੈ। ਇਟ ਮੀਨਸ ਜਿੱਥੇ ਪਹੁੰਚਣਾ ਉੱਥੋਂ ਤੋਂ ਪਹਿਲਾਂ ਹੀ ਤੁਹਾਡਾ ਹੁਣ ਰੁਪਈਏ ਚਾਲੂ ਹੋ ਗਏ ਨੇ, ਡਾਲਰ ਜੋ ਵੀ ਨੇ। ਤੇ ਜਦੋਂ ਗੁਰੂ ਘਰ ਵਿੱਚ ਜਾਓ, ਇਹ ਨਹੀਂ ਕਿ ਗੁਰੂ ਰਾਮਦਾਸ ਜੀ ਦੇ ਘਰ ਤੇ ਜਾ ਕੇ ਪਹੁੰਚ ਕੇ ਹਾਜ਼ਰੀ ਲੱਗਣੀ ਹੈ। ਜਦੋਂ ਇੱਥੋਂ ਹੀ ਤੁਸੀਂ ਧੰਨ ਗੁਰੂ ਰਾਮਦਾਸ ਕਰਦੇ ਜਾਓਗੇ, ਤੁਹਾਡੀ ਹਾਜ਼ਰੀ ਘਰੋਂ ਹੀ ਲੱਗ ਜਾਏਗੀ। ਤੇ ਸੰਗਤਾਂ ਇਸ ਤਰ੍ਹਾਂ ਜਾਂਦੀਆਂ ਸਨ ਕੀਰਤਨ ਕਰਦੇ ਹੋ। ਅਸੀਂ ਤੇ ਹੇਮਕੁੰਟ ਸਾਹਿਬ ਜਾਂਦੇ ਹਾਂ ਤੇ ਰਸਤੇ ਵਿੱਚ ਮਟਰ ਗਸ਼ਤੀ ਕਰਦੇ ਹੋਏ ਤੇ ਕਿਤਨੇ ਕਈ ਸ਼ਰਾਬਾਂ ਪੀਂਦੇ ਵੀ ਜਾਂਦੇ ਨੇ, ਚਲੋ ਅਲੱਗ ਵਿਸ਼ਾ। ਕੋਸ਼ਿਸ਼ ਕਰੋ ਜਿਤਨਾ ਗੁਰਬਾਣੀ ਪੜ੍ਹਦੇ ਹੋਏ ਗੁਰੂ ਕਰਦੇ ਜਾਓ। ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਬਸ ਸਿਰਫ ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇ। ਉਹਨਾਂ ਦੇ ਵਿੱਚ ਇੱਕ ਚੋਰ ਵੀ ਚੱਲ ਪਿਆ, ਜਿਸ ਤਰ੍ਹਾਂ ਬੱਚੀ ਦੱਸ ਰਹੀ ਸੀ। ਨਾਮ ਸੀ ਜਸਵੰਤ ਰਾਏ। ਇੱਕ ਚੋਰ ਦੀ ਖੂਬੀ ਹੁੰਦੀ ਹੈ, ਜਿੱਥੇ ਇਕੱਠ ਹੋਏ ਉਹਦੇ ਵਿੱਚ ਵੜ ਜਾਣਾ। ਭੀੜਾਂ ਦੇ ਵਿੱਚ ਅਕਸਰ ਜੇਬ ਕੱਟੀਆਂ ਜਾਂਦੀਆਂ ਨੇ, ਲੋਕਾਂ ਦੇ ਸਮਾਨ ਚੋਰੀ ਹੋ ਜਾਂਦੇ ਨੇ। ਉਹਨੇ ਦਾ ਵੇਖਿਆ ਕਿ ਇਤਨੀ ਸੰਗਤ ਜਾ ਰਹੀ ਹੈ, 40-50 ਸ਼ਰੀਰ ਜਿਤਨੇ ਵੀ ਇਤਿਹਾਸ ਵਿੱਚ ਆਏ ਨੇ, ਅਸੀਂ ਉੱਧਰ ਨਹੀਂ ਜਾਣਾ। ਇਕੱਠ ਸੀ, ਚੱਲ ਪਿਆ ਨਾਲ ਹੀ। ਹੁਣ ਮੌਕਾ ਲੱਭੇ ਨਾ। ਮੈਂ ਕਹਿੰਦਾ ਮੌਕਾ ਨਹੀਂ, ਉਹਦਾ ਕੋਈ ਕਰਮ ਜਾਗਣਾ ਸੀ, ਕੋਈ ਸਿੱਧਾ ਕਰਮ ਹੀ ਪੈਣਾ ਸੀ। ਰਸਤੇ 'ਚ ਕੀਰਤਨ ਹੋ ਰਿਹਾ ਹੈ, ਉਹ ਆਪਣੀ ਚਾਲ ਵਿੱਚ ਸੀ, ਪਰ ਉਹਦਾ ਮੌਕਾ ਨਹੀਂ ਲੱਗਿਆ। ਪਹੁੰਚ ਗਿਆ ਕਰਦੇ ਕਰਦੇ ਕੀਰਤਪੁਰ ਸਾਹਿਬ ਪਹੁੰਚਿਆ। ਹੁਣ ਜਾਣ ਦਾ ਦਿਲ ਨਾ ਕਰੇ ਕਿ ਗੁਰੂ ਦੇ ਘਰ ਮੈਂ, ਪਰ ਉਹਨੇ ਗੁਰੂ ਦੀ ਉਸਤਤ ਰਸਤੇ 'ਚੋਂ ਇਤਨੀ ਸੁਣ ਲਈ, ਥੋੜਾ ਜਿਹਾ 5-10% ਮੋਲਡ ਹੋ ਗਿਆ। ਤੇ ਹੋਇਆ ਐਸਾ ਮੋਲਡ, ਕਹਿੰਦਾ ਚਲੋ ਆਏ ਆ ਤੇ ਹੁਣ ਉਸ ਗੁਰੂ ਦੇ ਦਰਸ਼ਨ ਕਰ ਲਈਏ ਕਿ ਜਿਹੜਾ ਬਾਲਕ ਹੈ 5-5.5 ਸਾਲ ਦੀ ਅਰਜ ਹੈ,
ਉਹਦੇ ਵੀ ਦਰਸ਼ਨ ਕਰ ਲੈਂਦੇ ਹਾਂ। ਪਰ ਉੱਥੇ ਇੱਕ ਸਿਧਾਂਤ ਹੈ ਗੁਰੂ ਘਰ ਦੇ ਵਿੱਚ, ਪਹਿਲੇ ਪੰਗਤ ਪਾਛੇ ਸੰਗਤ। ਇਹ ਵੀ ਇੱਕ ਬੜਾ ਵੱਡਾ ਅੱਛਾ ਇੱਕ ਸਿਧਾਂਤ ਹੈ ਸਾਡੇ ਵਿੱਚ, ਕਿਉਂਕਿ ਸੰਗਤਾਂ ਬਾਹਰੋਂ ਆਉਂਦੀਆਂ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਪਹਿਲਾਂ ਪੇਟ ਪੂਜਾ ਕਰ ਲਓ। ਦੇਖੋ, ਖਾਲੀ ਪੇਟ, ਭੁੱਖੇ ਪੇਟ, ਭਗਤ ਕਬੀਰ ਜੀ ਵੀ ਤਾਂ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਚ ਹੈ। ਬਈ ਰੱਬਾ ਮਾਲਾ ਲੈ ਲੈ, ਤੂੰ ਕਹਿੰਦਾ ਮੈਂ ਭੁੱਖਾ ਵਾਂ, ਮੈਂ ਗਰੀਬ ਹਾਂ, ਮੈਂ ਕਰਜ਼ਾਈ ਹੋਇਆ ਪਿਆ, ਤੂੰ ਕਹਿੰਦਾ ਨਾਮ ਜਪ। ਇਹ ਭਾਈ ਮਾਲਾ ਮੇਰੇ ਵਾਸੀ ਨਹੀਂ ਹੈ, ਤੂੰ ਮਾਲਾ ਫੜ ਲੈ। ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਚ ਹੈ। ਜੇ ਤੇ ਮੈਨੂੰ ਤੂੰ ਕੁਛ ਦੇਂਗਾ, ਮੇਰੇ ਪੇਟ ਦਾ, ਮੇਰੀਆਂ ਤੂੰ ਲੋੜ ਵਾਲੀਆਂ ਇੱਛਾ ਪੂਰੀਆਂ ਕਰੇਗਾ, ਤਾਂ ਹੀ ਤੇ ਮੈਂ ਤੇਰਾ ਨਾਮ ਜਪਾਂਗਾ ਨਾ। ਹੁਣ ਬਾਹਰ ਕੋਈ ਮੇਰੇ ਘਰ ਦੇ ਬਾਹਰ ਕਰਜ਼ਾਈ ਆ ਕੇ ਦਰਵਾਜ਼ੇ ਖੜਕਾਣ ਤੇ ਮੈਂ ਕਿਵੇਂ ਨਾਮ ਜਪ ਸਕਣਾ? ਮਾਰੇ ਕਹਿੰਦੇ ਨਾ ਕਬੀਰ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਦਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨੀਕਾ ਨਾਜ ਮੰਗੋ ਸਦ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੂਰੀ ਚੰਗੇਰੀ, ਜਨ ਧੰਨਾ ਲੇਵੇ ਮੰਗੀ। ਇਹ ਸਾਰੀ ਆਂਦੀ ਹੈ ਨਾ, ਪੜ੍ਹਦੇ ਹੋ ਨਾ ਧੰਨੇ ਦੀ। ਧੰਨਾ ਇਹ ਕਹਿੰਦਾ ਮੈਂ ਕੋਈ ਚੀਜ਼ਾਂ ਪਰਮਾਤਮਾ ਮੰਗ ਰਿਹਾ, ਮੈਂ ਲੋੜ ਵਾਸਤੇ, ਮੈਂ ਸਰੀਰ ਨੂੰ ਚਲਾਉਣਾ, ਪਰਿਵਾਰ ਨੂੰ ਚਲਾਉਣਾ, ਮੈਨੂੰ ਲਵੇਰੀ ਮੱਝ ਚਾਹੀਦੀ ਹੈ, ਸਰਾਣਾ ਚਾਹੀਦਾ ਹੈ, ਤਲਾਈ ਚਾਹੀਦੀ ਹੈ, ਘਰ ਦੀ ਸੋਹਣੀ ਔਰਤ ਚਾਹੀਦੀ ਹੈ ਜਿਹਦੇ ਨਾਲ ਸਾਡੀ ਅੰਡਰਸਟੈਂਡਿੰਗ ਹੋਵੇ। ਮੈਂ ਤੇ ਤੇਰਾ ਆਰਤਾ ਵਾਂ, ਮੈਂ ਤੇਰਾ ਮੰਗਤਾ ਵਾਂ, ਮੈਂ ਤੇਰੇ ਦਰ ਤੇ ਮੰਗਣ ਆਇਆ ਵਾਂ, ਪਰ ਮੈਂ ਤੈਨੂੰ ਕਿਵੇਂ ਨਾਮ ਜਪਾਂ? ਮੈਨੂੰ ਇਹ ਚੀਜ਼ਾਂ ਦੀ ਤੇ ਲੋੜ ਹੈ। ਮੈਨੂੰ ਲਵੇਰੀ ਮੱਝ ਵੀ ਚਾਹੀਦੀ ਹੈ, ਦੁੱਧ ਹੋਏਗਾ ਘਰ ਮੇਰੇ, ਤਾਂ ਹੀ ਮੇਰੇ ਬੱਚੇ ਪਲਣਗੇ ਨਾ। ਭਗਤਾਂ ਨੇ ਮੰਗਿਆ, ਪਰ ਭਗਤਾਂ ਨੇ ਲੋਭ ਨਹੀਂ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਂ ਲੋਭ ਕਰਕੇ ਨਹੀਂ ਮੰਗ ਰਿਹਾ, ਮੈਨੂੰ ਜਿਹੜੀ ਚੀਜ਼ਾਂ ਲੋੜ ਨੇ, ਤੂੰ ਸਰੀਰ ਦਿੱਤਾ ਹੈ, ਕਾਇਆ ਦਿੱਤੀ ਹੈ, ਚੀਜ਼ਾਂ ਦੀ ਲੋੜ ਹੈ। ਮੈਂ ਖਾਵਾਂਗਾ ਨਹੀਂ ਤੇ ਮੈਂ ਅੱਗੇ ਕਿਵੇਂ ਚੱਲਾਂਗਾ? ਤੇ ਤਾਂ ਹੀ ਮਹਾਰਾਜ ਨੇ ਸਿਧਾਂਤ ਨੂੰ ਰੱਖਿਆ, ਪਹਿਲੇ ਪੰਗਤ ਪਾਛੇ ਸੰਗਤ। ਸੰਗਤ ਬਾਅਦ ਵਿੱਚੋਂ, ਸੰਗਤ ਨੇ ਉੱਥੇ ਲੰਗਰ ਛਕਿਆ। ਹੁਣ ਸਾਰੀ ਸੰਗਤ ਲੰਗਰ ਛਕਣ ਤੋਂ ਬਾਅਦ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰਸ਼ਨ ਕਰਨ ਚੱਲ ਪਏ ਨੇ। ਦੀਵਾਨ ਵਿੱਚ ਬੈਠੇ ਨੇ। ਇਹ ਚੋਰ ਡਰਦਾ ਮਾਰਾ ਜਾਏ ਨਾ। ਉਹਨੇ ਕਿਹਾ ਸਾਰੀ ਸੰਗਤ, ਪਰ ਉਹਨੇ ਵੇਖਿਆ ਤੇ ਬਹੁਤ ਇਕੱਠ ਹੈ। ਉਹ ਤੇ 40-50 ਸੀ, ਇੱਥੇ ਹਜ਼ਾਰਾਂ ਵਿੱਚ ਇਕੱਠ ਹੈ। ਉਹਨਾਂ ਨੇ ਕਿਹਾ ਇੱਥੇ ਤੇ ਮੇਰਾ ਦਾਅ ਲੱਗ ਹੀ ਜਾਏਗਾ। ਕਹਿੰਦਾ ਚਲੋ ਸਾਰੇ ਬੈਠੇ ਨੇ, ਮੈਂ ਉਹ ਅੱਗੇ ਮੱਥਾ ਟੇਕਣ ਨਹੀਂ ਗਿਆ। ਤੇ ਜਦੋਂ ਬੈਠ ਗਿਆ ਪਿੱਛੇ, ਹੁਣ ਪਿੱਛੇ ਬੰਦਾ ਬੈਠਾ ਹੋਵੇ, ਕਹਿੰਦਾ ਵੇਖਾਂ ਤੇ ਸਹੀ ਗੁਰੂ ਕਿਹੋ ਵਜੇ ਨੇ। ਦੇਹ ਦੇ ਵਿੱਚ ਵੇਖ ਰਿਹਾ ਕਿਸ ਤਰ੍ਹਾਂ ਨੇ ਗੁਰੂ, ਔਰ ਉੱਠ ਉੱਠ ਕੇ ਵੇਖ ਰਿਹਾ ਬੈਠਾ ਹੋਇਆ ਪਿੱਛੋਂ ਦੀ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਦ ਗੁਰੂ ਨੂੰ ਸਾਹਮਣੇ ਦੇਖਿਆ, ਜਿਤ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਜਿਤ ਨੂੰ ਵੇਖਦਿਆਂ ਸਾਰ, ਦੇਖੋ ਕਈਆਂ ਨੂੰ ਤੁਸੀਂ ਵੇਖਦੇ ਹੋ ਨਾ, ਤੁਹਾਡਾ ਮਨ ਆਨੰਦ ਵਿੱਚ ਆ ਜਾਂਦਾ। ਕਿਉਂ? ਕਿਉਂਕਿ ਜੇ ਅੰਦਰ, ਉਹਨਾਂ ਅੰਦਰ ਬਾਣੀ ਹੈ ਨਾ, ਉਹਨਾਂ ਅੰਦਰ ਗੁਰੂ ਦੀ ਬਖਸ਼ਿਸ਼ ਹੈ। ਤੇ ਜਿਤ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਦਾ ਬਿਨਸ ਜਾਏ, ਹੈ ਪਰਮ ਪਦ ਲਈਏ। ਉਹ ਪਰਮ ਪਦ ਵੀ ਪ੍ਰਾਪਤ ਹੋ ਜਾਂਦੀ ਹੈ, ਮਨ ਵਿੱਚ ਆਨੰਦ ਆ ਜਾਂਦਾ ਹੈ। ਜਦ ਗੁਰੂ ਨੂੰ ਵੇਖਿਆ, ਮੈਨੂੰ ਉਸ ਦਿਨ ਭਾਈ ਸਾਹਿਬ ਸੁਣਾ ਰਹੇ ਸੀ, ਕਹਿੰਦੇ ਸਨ ਗੁਰੂ ਘਰ ਜਾਓ ਨਾ, ਲਾਈਵ ਹੋ ਜਾਓ। ਲਾਈਵ ਸਮਝਦੇ ਨਾ, ਐ ਹੁਣ ਤੁਸੀਂ ਮੈਂ ਲਾਈਵ ਆਣਾ, ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਨੂੰ ਦੇਖ ਰਿਹਾ, ਤੁਸੀਂ ਮੈਨੂੰ ਦੇਖ ਰਹੇ, ਲਾਈਵ ਹੋਣਾ। ਕਹਿੰਦੇ ਗੁਰੂ ਦੇ ਸਾਹਮਣੇ ਬੈਠ ਕੇ ਨਾ ਕਿਸੇ ਨੂੰ ਨਾ ਵੇਖੋ, ਗੁਰੂ ਨਾਲ ਲਾਈਵ ਹੋ ਜਾਓ ਤੇ ਗੁਰੂ ਨਾਲ ਗੱਲਾਂ ਕਰੋ ਬੈਠ ਕੇ। ਉਹ ਹੁਣ ਗੱਲਾਂ ਕਰਦਾ, ਕਹਿੰਦਾ ਕਿਸ ਤਰ੍ਹਾਂ ਹੋ ਸਕਦਾ 5.5 ਸਾਲ ਦੀ ਉਮਰ, ਉਹ ਗੱਲਾਂ ਗੁਰੂ ਨਾਲ ਕਰ ਰਿਹਾ ਤੇ ਗੁਰੂ ਫਿਰ ਸਭ ਕੁਝ ਜਾਣਦਾ ਹੈ। ਜਦ ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ, ਵਾਹ ਕਿਤਨਾ ਮੁਬਾਰਕ ਸਮਾਂ ਹੋਏਗਾ। ਚਿੱਤਰ ਖਿੱਚੋ ਜਰਾ ਮਨ ਦੇ ਵਿੱਚ, ਲਾਈਵ ਲੈ ਕੇ ਜਾਓ ਕੀਰਤਪੁਰ ਦੀ ਧਰਤੀ ਤੇ। ਖਾਲੀ ਕਥਾ ਨੂੰ ਸਮਾਂ ਨਹੀਂ ਅਸੀਂ ਪਾਸ ਕਰਨਾ। ਮੈਂ ਕਹਿੰਦਾ ਇਹਦੇ ਵਿੱਚੋਂ ਵੀ ਅਸੀਂ ਗੁਰੂ ਦੇ ਦਰਸ਼ਨ ਕਰ ਲਈਏ।
ਉਹ ਹੁਣ ਗੁਰੂ ਸਾਹਮਣੇ ਤੇ ਗੁਰੂ ਆਪਣੀ ਮੁਬਾਰਕ ਰਸਨਾ ਤੋਂ ਮਿੱਠੇ ਬੋਲ ਬੋਲਨੇ ਸ਼ੁਰੂ ਕੀਤੇ। ਕਿਤਨੀ ਵੱਡੀ ਗੱਲ ਹੋਏਗੀ, ਇੱਕ 5.5 ਸਾਲ ਦਾ ਬਾਲਕ ਗੁਰੂ ਰੂਪ, ਗੁਰੂ ਨਾਨਕ ਛੋਟੇ ਬਾਲਕ ਦੇ ਰੂਪ ਵਿੱਚ ਬੋਲਣਾ ਜਦ ਰਸਨਾ ਤੋਂ ਸ਼ੁਰੂ ਕੀਤਾ, ਪਤਾ ਕੀ ਕਿਹਾ? ਕਹਿੰਦੇ ਸਾਧ ਸੰਗਤ ਜੀ, ਕੋਈ ਚੋਰ ਹੋਵੇ ਨਾ, ਚੋਰ, ਉਹਦੀ ਸੰਸਾਰ ਵਿੱਚ ਨਾ ਕੋਈ ਜਾਮਣ ਨਹੀਂ ਪਾਉਂਦਾ। ਜਾਮਣ ਸਮਝਦੇ ਹੋ ਨਾ, ਕੋਈ ਗਰੰਟੀ ਨਹੀਂ ਲੈਂਦਾ ਉਹਦੀ, ਚੋਰ ਦੀ। ਉਹ ਅੰਦਰੋਂ ਹਿਲ ਗਿਆ। ਦੇਖੋ ਲਾਈਵ ਹੋ ਗਏ ਨਾ, ਉਹਨੇ ਗੱਲ ਕੀਤੀ, ਇਧਰੋਂ ਉਹਨੇ ਗੱਲ ਸ਼ੁਰੂ ਕਰ ਦਿੱਤੀ, ਆਪਸ ਵਿੱਚ ਮਿਲਾਪ ਹੋ ਗਿਆ। ਤੁਸੀਂ ਗੁਰੂ ਦੇ ਸਾਹਮਣੇ, ਅਸੀਂ ਵੀ ਜਾਈਏ, ਲਾਈਵ ਹੋ ਜਾਈਏ। ਹੁਣ ਅੰਦਰੋਂ ਸੋਚਦਾ, ਇਹ ਤੇ ਗੁਰੂ ਮੇਰੀ ਗੱਲ ਕਰ ਰਹੇ ਨੇ। ਲਾਈਵ ਹੋ ਗਏ ਤੇ ਗੁਰੂ ਸਾਹਿਬ ਕਹਿੰਦੇ ਨੇ, ਸੰਸਾਰ ਨੇ ਕੀ ਜਾਮਣ ਪਰਨਾ, ਉਹਦੀ ਤੇ ਦਰਗਾਹ ਵਿੱਚ ਵੀ ਢੋਈ ਨਹੀਂ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮਾ ਕੋਈ ਨਹੀਂ ਭਰਦਾ। ਜੇ ਕੋਈ ਚੋਰ ਫੜਿਆ ਜਾਏ ਨਾ, ਕੋਈ ਕਹਿੰਦਾ ਜਾਣਦਾ ਮੈਂ, ਉਹ ਜਾਣਦਿਆਂ ਵੀ ਕਹਿੰਦਾ ਮੈਂ ਨਹੀਂ ਜਾਣਦਾ ਇਹਨੂੰ। ਉਹ ਕਹਿੰਦਾ ਵੀ ਐਵੇਂ ਮੇਰੇ ਸਿਰ ਵਿੱਚ ਬਲੇਮ ਨਾ ਆ ਜਾਏ। ਉਹ ਕਹਿੰਦਾ ਤੇ ਮੇਰੀ ਗੱਲ ਕਰ ਰਹੇ ਨੇ। ਕਹਿੰਦਾ ਮੈਂ ਤਾਂ ਮੰਨਾਂ ਜੇ ਮੇਰਾ ਨਾਮ ਲੈ ਕੇ ਬੁਲਾਉਣ। ਦੇਖੋ ਲਾਈਵ ਹੋ ਗਿਆ ਕੰਮ। ਉਧਰੋਂ ਕੀ ਕਰ ਰਹੇ ਨੇ ਹਰਕ੍ਰਿਸ਼ਨ ਪਾਤਸ਼ਾਹ, ਅੰਤਰਜਾਮੀ ਨੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਲਾਈਵ ਹੋ ਗਏ। ਗੁਰੂ ਸਾਹਿਬ ਜੀ ਆਵਾਜ਼ ਮਾਰਦੇ ਨੇ ਪਿੱਛੇ, ਜਸਵੰਤ ਰਾਏ ਜੀ। ਉਹ ਹੁਣ ਪਿੱਛੇ ਵੇਖ ਰਹੇ ਨੇ ਸਾਰੇ, ਪਰ ਜਸਵੰਤ ਰਾਏ ਜੀ ਦੂਰੋਂ ਵੇਖਿਆ। ਕਹਿੰਦੇ ਜਸਵੰਤ ਰਾਏ ਜੀ ਤੁਸੀਂ ਅੱਗੇ ਆ ਜਾਓ। ਜਦ ਇਹ ਕਹਿਣ ਦੀ ਗੱਲ ਸੀ, ਅਥਰੂ ਰੁਕੇ ਨਾ। ਲਾਈਵ ਸੀ ਸਿੱਧਾ, ਗੁਰੂ ਦੇ ਨਾਲ ਗੁਰੂ ਦਾ ਪ੍ਰੇਮ ਸੀ। ਕਹਿੰਦੇ ਨੇ ਇਤਿਹਾਸ ਵਿੱਚ ਜਿਹੜੇ ਕਦਮ ਉੱਥੋਂ ਤੱਕ 20-21 ਕਦਮ ਸਨ, ਇੰਨੀ ਦੂਰ ਬੈਠਾ ਸੀ, ਉਹ ਕਦਮ ਨੂੰ ਇਸ ਤਰ੍ਹਾਂ ਲੱਗੇ ਕਿ ਮੇਰੀ ਸਾਰੇ ਜਨਮ ਮਰਨ ਦੇ ਗੜ ਗੇੜ ਕੱਟੇ ਜਾ ਰਹੇ ਨੇ। ਸਿੱਧਾ ਜਾ ਕੇ ਚਰਨਾਂ ਵਿੱਚ, ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗੁਣਾਰੇ। ਗੁਰੂ ਤੇ ਇਤਨਾ ਬਖਸ਼ੰਦ ਹੈ। ਜਾ ਕੇ ਪੈਰੀ ਪੈ ਗਿਆ, ਚਰਨੀ ਪੈ ਗਿਆ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਸਾਰੀ ਉਮਰ ਚੋਰੀ ਕੀਤੀ ਹੈ। ਦੇਖੋ, ਜਿਸ ਦਿਨ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਗੁਰੂ ਦੇ ਸਾਹਮਣੇ ਹੋ ਗਿਆ, ਉਸ ਦਿਨ ਅਸੀਂ ਬਖਸ਼ੇ ਜਾਵਾਂਗੇ। ਜਦ ਤੱਕ ਅਸੀਂ ਅਸੈਪਟ ਨਹੀਂ ਕਰਾਂਗੇ ਕਿ ਵੀ ਆਰ ਥੀਫ, ਚੋਰ, ਤਦ ਤੱਕ ਸਾਡੀ ਗੱਲ ਨਹੀਂ ਬਣਨੀ। ਉਹ ਤੇ ਚੋਰ ਸੀ, ਮੰਨ ਗਿਆ ਸੰਗਤ ਵਿੱਚ ਮੈਂ ਚੋਰ ਹਾਂ। ਅਸੀਂ ਤੇ ਕਿਤਨੀਆਂ ਚੋਰੀਆਂ ਰੋਜ਼ ਕਰ ਰਹੇ ਹਾਂ, ਨਿਤਾ ਪ੍ਰਤੀ ਕਰ ਰਹੇ ਹਾਂ। ਮੇਰੀ ਸੰਗਤ ਸੋਚ, ਮੇਰੀ ਸੰਗਤ ਮੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁੰਭਾਤੀ। ਮੇਰੀ ਸੰਗਤ ਪੋਚ, ਰਵਿਦਾਸ ਜੀ ਵਾਹਿਗੁਰੂ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁੰਭਾਤੀ। ਰਾਮ ਗੁਸਈਆਂ ਜੀ ਕੇ ਜੀਵਨਾ ਮੋਏ ਨਾ ਵਿਸਾਰੋ, ਮੈਂ ਜਨ ਤੇਰਾ। ਅਸੀਂ ਕਿੰਨੀਆਂ ਚੋਰੀਆਂ, ਅਸੀਂ ਅੱਖਾਂ ਨਾਲ ਜੋ ਵੇਖਨੇ ਆ ਉਹ ਵੀ ਤੇ ਚੋਰੀ ਹੈ। ਹੱਥਾਂ ਨਾਲ ਕਿੰਨਿਆਂ ਦਾ ਮਾੜਾ ਕੀਤਾ, ਉਹ ਵੀ ਚੋਰੀ ਹੈ। ਅਸੀਂ ਕਦੀ ਮੰਨੀ ਗੁਰੂ ਦੇ ਅੱਗੇ ਜਾ ਕੇ? ਪਰ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਅਰੇ ਕਦੇ ਗੁਰੂ ਦੇ ਅੱਗੇ ਟਹਿ ਕੇ ਤੇ ਵੇਖੀਏ। ਟਹਿ ਪਏ ਦੁਆਰਿਆ, ਮੇਲ ਲਿਓ ਦਿਆਲ, ਟਹਿ ਪਏ ਦੁਆਰਿਆ, ਭਰਮਤ ਬੋਹਾਰ। ਮੇਲ ਲਿਓ ਦਿਆਲ, ਟਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ, ਭਰਮਤ ਬੋਹਾਰਿਆ। ਕਦੀ ਟਹਿ ਕੇ ਵੇਖੀਏ, ਸਾਡੇ ਟਹਿਣ ਵਿੱਚ ਦੇਰੀ ਹੋ ਸਕਦੀ ਹੈ, ਸਤਿਗੁਰੂ ਦੇ ਬਖਸ਼ਣ ਵਿੱਚ ਦੇਰੀ ਨਹੀਂ ਹੁੰਦੀ। ਉਹ ਤੇ ਪੰਜੇ ਰੋਗ ਸਾਡੇ ਅਸਾਧ ਨਿਵਾਰੇ। ਜਿਹੜੇ ਸੱਦ ਐਸੇ ਰੋਗ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੈ, ਸਤਿਗੁਰੂ ਉਹ ਵੀ ਠੀਕ ਕਰ ਦਿੰਦੇ ਨੇ। ਕੀ ਹੈ ਨਾ ਗੁਰੂ ਹਰਕ੍ਰਿਸ਼ਨ ਪਾਠ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਕੌਣ ਕਹਿ ਰਹੇ ਨੇ?
मेरे पिता, पिता मेरो बड़ो तनी अगमा। कौन कह रहे ने? गुरु गोबिंद सिंह महाराज कह रहे ने। महाराज की कह रहे ने? श्री हर कृष्ण ध्याई है, जिस डिठे सब दुख जाए। कोई ढैन वाला होवे, साडे ढैन विच देरी है, गुरु दे बख्शण विच देरी नहीं जी। गुरु अज भी झोली खिलार के खड़ा है। सिख अज भी मान ले कि मैं गुनाहगार हूं, अपराधी गुनाहगार हूं, बेमुख मंदा चोर यार जुआर हूं, पर कर जो हंदा निंदक दुष्ट हराम खोर, ठग देश ठगंदा काम क्रोध मद लोभ मोह अहंकार करंदा, विश्वास घाती अकिरत घन मैको ना रखंदा, सिमर मुरीदा टाडियां सतगुर बख्शंदा। भाई गुरदास जी इतने औगण गुरदास विच नहीं ने, एक भी नहीं ने। 18-19 औगण गना दिते, ये साडे वास्ते ने। असी भी मन दे अंदर झात मारीए, असी औगणा दे भरे हां। जदों दरबार साहब सवेरे जिहड़े लाइव सुनते ने या उत्थे हुंदे ने ना, हुक्मनामा लैन तो पहला यही अरदास कीती जांदी है, हम अवगुण भरे एक गुण नाही, अमृत छाड़ बिखै बिख खाही, माया मोह भरम भै भूले, सुत दारा स्यों प्रीत लगाई, एक उत्तम पंथ सुनियो गुर संगत, तह मिलंत जम त्रास मिटाई। हुण की कह रहे ने? एक अरदास कीरत भट्ट की कह रहे ने? एक अरदास पाठ कीरत की, गुर रामदास राखो शरणाई। ये अरदास गुरुद्वारे जाओ ना, एक अरदास यही करो कि सतगुरु मैं औगण दा भरिया पंड लैके तेरे द्वारे आया, मेरे नूं औगणा दी पंड चुक चुक के मेरे हुण शरीर भी ताकत नहीं रही। हुण मैं तेरे चरनां विच अरदास कर रहा, राख राख शरण प्रभ अपनी, अगन सागर विकराला, नानक के सुख दाते सतगुर, हम तुमरे बाल गोपाला। आखो सतनाम श्री वाहे गुरु। ये कहो, राख राख शरण प्रभ अपनी, है मैनू अपनी शरण विच रख लै। अगन सागर विकराला, ये सारा सागर अग्नि दा विकारां दा भरिया पिया है। मैं कला की करांगा? पंच बिखादी एक गरीबा, वो पंज ने झगड़ालू, रोज झगड़ा मेरे नाल करदे ने, कदी काम कदी क्रोध, मैं किन्नियां नूं वस करा? पंच बिखादी एक गरीबा, राखो राखणहारे। वो पंज ने, मैं बेचारा कला, मैं की करांगा? मेरी रखिया करो। नानक के सुख दाते सतगुर, हे सुखां दे दाते, हे दीन दयाल, हे कृपालू, हे करुणा योग, मेरे ते कृपा करो। नानक के सुख दाते सतगुर, हम तुमरे बाल गोपाला। देखो बाल बन जाओ। मैं अक्सर बेनती करना, सतगुरु ने बाल गोपाला क्यों किया है? हर जगह अपने आप को बच्चा क्यों किया वे? क्योंकि जेड़ा बच्चा मां की गोद विच हुंदा, बच्चे मां दे सारे ही ने, असीं सारे परमात्मा दे बच्चे हाँ। एक पिता एक सके हम बारक। रोज अरदास करी दी, उस तो पहला कहीदा हम मात पिता तुम बारक तेरे। असीं उहदे बारक हाँ, बच्चे हाँ। क्यों कहीदा हम तुमरे बाल गोपाला? सारे उहदे मां दे, एक मां दे 5 बच्चे ने ना, गोद विच सारे नहीं हुंदे जे। गोद विच हुंदा जिहड़ा छोटा बालक हुंदा है, वो मां दी गोद विच हुंदा है। बाकी ते संसार दी माया मोह च फसे हुंदे ने। माया मोह सगल जग छाया, कामन दे काम लुभाया, सुत कंचन सो हेत वधाया, सब किछ अपना एक राम पराया। असी सारा कुछ, ये दादा ये दादी ये घर
ये बच्चे, ये संसार सारा मेरे ने। पर जदों राम की गल आई ना, सब कुछ अपना, एक राम पराया। असीं राम नूं पराया कर दिता। तो पातशाह कहते हैं, अज मैं तेरे चरणों में बेनती कर रहा, मैं तेरा बाल बन के तेरी गोदी विच ही रहना चाहना। गोदी च की है? तुसीं कहोगे गोदी च असीं ते बच्चे थोड़ी हाँ। नहीं, असीं भी बच्चे हाँ। जदों संगत विच तुसीं बहिंदे हो ना, तो असीं कहीदा ना, गुरु की गोद विच बैठे हो। ये तुसीं इस टाइम गुरु की गोद विच बैठे हो। और तुसीं मावां, सुचज्जी मावां बैठियां हो। मां की गोद विच बच्चा होएगा, जदों मां नूं लाड आएगा, वो झुक के अपने बच्चे नूं की करेगी? प्यार करेगी, चूमेगी, किस करेगी? करेगी, करदे ने ना। क्यों? क्योंकि जिहड़ा बच्चा गोद विच है, वो बड़ियां तोतलियां गल्लां करदा है, मां नूं बड़ा चंगा लगदा है। जदों तुसीं संगत विच बैठ के गुरु की बाणी पढ़दे हो ना, गुरु नूं बड़ा चंगा लगदा जे, गुरु बड़ा खुश हुंदा जे। गुरु कहंदा है, मेरा बच्चा बाणी पढ़ रहा। हम छोटे छोटे बच्चे पढ़ते हैं ना, कोई होर खुश होवे ना होवे, पर गुरु हरकृष्ण पातशाह जरूर खुश होंदे ने। कभी भी अरदास करो, हम मात पिता, तुम मात पिता, हम बारक तेरे। असी बच्चे बन के, मां भावें पंगूड़े दे विच बालक पिया होवे, काम करदी रहिंदी, पर उहदा ध्यान बालक राखी पालियन उस पंगूड़े विच हुंदा है। ज्यों ज्यों काम करदी है, ध्यान उस बच्चे का पंगूड़े वाल होंदा है। किथे बच्चा जदों रोंदा है, तो मां सारे काम छड्ड के जांदी है ना, बच्चे को जांदी है ना। तुसीं जानदे हो ना कि बच्चा रोंदा रहिंदा है। जे तुसीं संसार विच विचरदियां गुरु नूं चेते करोगे, गुरु की गोद विच बैठोगे, किथे दुख आएगा तो गुरु की छोड़ देगा तुहानूं? नहीं, तुहाडे दुख निवृत्त करेगा। देखो, इहो जिहियां गल्लां करो गुरु नाल। गुरु नूं असीं प्यो समझे ही नहीं। असीं दुनिया के रिश्ते तो सारे निभाले, भूआ, चाचे, ताए, मामे, जीजे, फुफड़, जो भी ने, पर जिहड़ा साडे पिता सन, जिन्हां साडी बांह फड़नी सी, जिन्हां ने साडे अंदरों शकी विकारां दा गंध कढना सी, जिन्हें साडे बंधन कटने सी, उहदा ते असीं बने ही नहीं। सतगुरु सिख के बंधन काटे, कटदे ना, पर करना की है? शर्त की है? गुर का सिख विकार ते हटे। सिख का की फर्ज है? विकारां तो हटन दी एक उद्यम करे। पहला उद्यम करे। क्यों? क्योंकि जे उद्यम नहीं करेगा तो साध संगत विकारां तो खलासी भी नहीं होएगी। सच कह रहे हैं। सतगुरु कहते तेरे सारे बंधन मैं कट दांगा, पर उस तो पहला तैनू की करना पेगा? उद्यम करना पेगा। वो उद्यम की गुर का सिख विकार ते हटे। जेड़े विकार चमड़े ना, हटन दी एक थोड़ा जिहा उपराला कर ले। उद्यम करेंदियां जियो तू कमाउंदियां सुख पुंज, कमाउंदियां सुख पुंज, ध्यानदियां तू प्रभु मिल नानक उतरी चिंत। उद्यम तैनू करना पेगा, एक कदम तैनू चलना पेगा। चरण शरण गुर एक पैंडा चाहे, एक पैंडा का उद्यम तैनू ही करना पैना है। सतगुर कोट पैंडा आगे होए ले, करोड़ा पैंडे सतगुरु साडे तो जिहड़ा विथ पई हुई है ना साडी, वो सतगुरु आपे दूर कर देगा। तो सतगुरु रहमत करन, अज हरकृष्ण पातशाह जी दे दर ते वो जसवंत राय बख्शिया गया। उन्हें अपने अखां दे नीर नाल महाराज दे चरण धो दिते ते क्या महाराज अज तो तोबा, मैं सारे विकार जो चोरी करदा सी मैं सब कुछ छड्डिया। क्यों? क्योंकि एक गुरु दे नाल भेंट हो गई। पूरा गुर अखियो जाका मंत्र, अमृत दृष्ट भेखे होए संत। जदों पूरे गुरु दा वो मंत्र जिहड़ा कदी नाश होने वाला नहीं है, सदा रहने वाला मंत्र है, जदों गुरु दा कोई ग्रहण कर लैंदा ना, पूरा गुर अखियो जाका मंत्र, अमृत दृष्ट भेखे होए संत। ओदी दृष्टि दे नाल, गुरु दी दृष्टि दे नाल, अमृत दृष्टि दे नाल वो संत बन जाता है। वो जसवंत राय चोर नहीं रहा।
ਉਹ ਜਸਵੰਤ ਰਾਏ ਇੱਕ ਸਾਧ ਬਣ ਗਿਆ, ਇੱਕ ਸੰਤ ਬਣ ਗਿਆ। ਦੇਖੋ ਗੁਰੂ ਘਰ ਦੀ ਵਡਿਆਈ। ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਵੀ ਸਾਧ ਬਣ ਗਿਆ। ਇਹ ਪੜ੍ਹਦੇ ਆ ਨਾ ਸੁਖਮਣੀ ਸਾਹਿਬ, ਉਹਦੇ ਵਿੱਚ ਕੀ ਮਹਾਰਾਜ ਕਹਿੰਦੇ, ਅਖੀਰ ਵਿੱਚ ਕੀ ਕਹਿੰਦੇ ਨੇ, ਸਭ ਤੇ ਊਚ ਤਾਕੀ ਦੁੱਖ ਦਰਦ ਭਰਮ, ਇਹ ਲਾਸ਼ ਲੈਣ ਪੜੀ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਹੜਾ ਬਾਣੀ ਧਿਆਨ ਨਾਲ ਪੜ੍ਹਦਾ ਹੈ ਨਾ ਸੁਖਮਣੀ ਸਾਹਿਬ ਦਾ, ਉਹਦੇ ਦੁੱਖ ਦਰਦ ਤੇ ਨਾਸ਼ ਹੁੰਦੇ ਹੀ ਨੇ। ਨਾਲ ਨਾਲ ਕੀ ਹੁੰਦਾ ਹੈ, ਉਹਦਾ ਨਾਮ ਕੀ ਪੈ ਜਾਂਦਾ, ਸਾਧ, ਤੇ ਕਰਮ ਕਿਹੜੇ ਹੁੰਦੇ, ਨਿਰਮਲ। ਸਾਧ ਨਾਮ, ਨਾਮ ਉਹਦਾ ਸਾਧ ਪੈ ਜਾਂਦਾ, ਨਿਰਮਲ ਤਾਂ ਕੇ ਕਰਮ, ਸਭ ਤੇ ਊਚ ਤਾਂ ਕੀ ਸ਼ੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਇਸ ਕਰਕੇ ਉਹਦੀ ਸਾਰੀ ਸ਼ੋਭਾ ਸੰਸਾਰ ਵਿੱਚ ਹੋ ਜਾਂਦੀ ਏ। ਇਹਨਾਂ ਗੁਣਾ ਕਰਕੇ ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਭ ਤੇ ਊਚ ਤਾਂ ਕੀ ਸ਼ੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਪਾਤਸ਼ਾਹ ਕਹਿੰਦੇ ਨੇ, ਨਾਨਕ ਮੋਹਰ ਲਗਾ ਕੇ ਆਪਣੇ ਵੱਡੇ ਗੁਰਾਂ ਦੀ, ਨਾਨਕ ਇਹ ਗੁਣ, ਇਹਨਾਂ ਗੁਣਾ ਕਰਕੇ ਹੀ ਇਹਦਾ ਨਾਮ ਸੁਖਮਣੀ ਪਿਆ ਹੈ। ਜਦੋਂ ਸੁਖਮਣੀ ਪੜ੍ਹਦੇ ਹੋ ਨਾ, ਇੱਕ ਆਮ ਬੰਦਾ ਨਹੀਂ ਰਹਿੰਦਾ, ਉਹਦਾ ਨਾਮ ਸਾਧ ਪੈ ਜਾਂਦਾ ਹੈ। ਔਰ ਗੁਰੂ ਘਰ ਦੀ ਮੈਂ ਵਡਿਆਈ ਕਹਿ ਕੇ ਸਮਾਪਤੀ ਕਰਾਂ, ਕਿਉਂਕਿ ਅਸੀਂ ਉਹਦੀ ਵਡਿਆਈ ਕਰਨੀ ਹੈ, ਅੰਤ ਨਹੀਂ ਪਾਉਣਾ। ਦੇਖੋ ਗੁਰੂ ਘਰ ਵਿੱਚ ਇੱਕ ਹੋਰ, ਮੈਂ ਤੁਹਾਡੀ ਮਹਾਰਾਜ ਤੁਹਾਡੀ ਨੌਲੇਜ ਵਿੱਚ ਗੱਲ ਹੋਰ ਆ ਜੀ ਸਾਹਮਣੇ, ਅਸੀਂ ਕਰ ਲਈਏ। ਦੇਖੋ ਪਾਪੀ ਨੂੰ ਤਾਰਨ ਵਾਲੇ ਸਾਰੇ ਬੈਠੇ ਨੇ, ਬੜੇ ਤਾਰਦੇ ਆਏ ਨੇ ਓਲੀਏ ਪੀਰ, ਪਰ ਕਿਸੇ ਨੇ ਉਹਨੂੰ ਤਾਰ ਕੇ ਸੇਵਕ ਹੀ ਬਣਾਇਆ ਹੈ। ਮੈਨੂੰ ਖਿਮਾ ਕਰ ਦੇਣਾ, ਮੈਂ ਆਪਣੇ ਗੁਰੂ ਦੀ ਵਡਿਆਈ ਕਰ ਰਿਹਾ, ਪਰ ਗੁਰੂ ਨਾਨਕ ਦੇ ਘਰ ਐਸਾ ਨਹੀਂ ਹੈ। ਮੈਂ ਤੁਹਾਨੂੰ ਇੱਕ ਪੰਕਤੀ ਚੇਤੇ ਆਏਗੀ, ਤੁਹਾਡੇ ਜ਼ਿਹਨ ਵਿੱਚ ਹੋਏਗੀ, ਗੁਰੂ ਘਰ ਦੀ ਵਡਿਆਈ ਸੁਣੋ। ਗੁਰੂ ਸਾਹਿਬ ਪਤਾ ਕੀ ਕਰਦੇ ਨੇ, ਜਿਹਦੇ ਕੋਲ ਕੋਈ ਗੁਣ ਨਹੀਂ ਹੈ ਨਾ, ਕਿਸੇ ਕੋਲ ਗੁਣ ਵੀ ਨਹੀਂ, ਕੋਈ ਕਹੇ ਮੇਰੇ ਕੋਲ ਗੁਣ ਨਹੀਂ ਹੈ, ਮੈਂ ਨਿਰਗੁਣਾ, ਮੈਂ ਗੁਣਾ ਤੋਂ ਹੀਣ ਆ, ਗੁਣ ਵਿਹੂਣ, ਮੈਂ ਗੁਣਾ ਤੋਂ ਵਿਹੂਣਾ ਵਾ। ਨਾਮ ਜਪਿਆ ਨਾ ਤੇਰਾ, ਮੈਂ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਰਾਇਆ, ਕੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ। ਗੁਰੂ ਪਤਾ ਕੀ ਕਰਦਾ ਹੈ, ਗੁਰੂ ਉਹਨੂੰ ਗੁਣਾ ਵਾਲਾ ਬਣਾਉਂਦਾ ਹੈ। ਇੱਕ ਔਰ ਗੁਣਾ ਵਾਲਾ ਬਣਾਉਂਦਾ ਹੀ ਨਹੀਂ, ਖਾਲੀ ਗੁਣ ਵੰਡਣ ਵਾਲਾ ਵੀ ਬਣਾ ਦਿੰਦਾ ਹੈ। ਦੇਖੋ ਗੁਰੂ ਦੀ ਵਡਿਆਈ ਕਿਵੇਂ, ਹੁਣ ਪੰਕਤੀ ਮੋਹਰ ਲੱਗ ਜਾਏਗੀ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੀਆਂ ਗੁਣ ਦੇ। ਆਪਣੀ ਸੁਰਤ ਲੈ ਜਾਓ ਬਾਬਾ ਦੀਪ ਸਿੰਘ ਜੀ ਵਾਲ, ਇੱਕ ਅੱਜ ਗੁਣਾ ਵਾਲੇ ਨਹੀਂ ਬਣੇ, ਅੱਜ ਗੁਣ ਵੰਡਣ ਵਾਲੇ ਬਣ ਗਏ। ਦੇਖੋ ਇੱਕ ਬ੍ਰਹਮ ਗਿਆਨੀ ਬਣ ਕੇ ਅੱਜ ਲੋਕ ਉੱਥੇ ਝੋਲੀਆਂ ਸੰਗਤ ਆ ਕੇ ਭਰਦੀਆਂ ਨੇ ਨਾ, ਕਿਉਂ? ਕਿਉਂਕਿ ਉਹ ਗੁਣ ਵੰਡਣ ਵਾਲੇ ਬਣ ਗਏ। ਕਿਸੇ ਗੁਰੂ ਨੇ ਹੋਰ ਕਿਸੇ ਨੇ ਕਿਸੇ ਸੇਵਕ ਨੂੰ ਇੰਨਾ ਮਾਣ ਨਹੀਂ ਦਿੱਤਾ। ਤੁਸੀਂ ਕਦੀ ਨਾਮ ਜਪ ਲਓ ਨਾ, ਤੁਸੀਂ ਖਾਲੀ ਗੁਣਾ ਵਾਲੇ ਨਹੀਂ ਬਣੋਗੇ। ਤੁਹਾਡੇ ਉੱਤੇ ਸੰਗਤ ਆ ਕੇ ਤੁਹਾਨੂੰ ਕਹੇਗੀ ਮੇਰੇ ਤੇ ਹੱਥ ਰੱਖੋ, ਮੇਰਾ ਜਨਮ ਮਰਨ ਕੱਟ ਦਿਓ, ਕਿਉਂਕਿ ਤੁਹਾਨੂੰ ਵੀ ਉਹ ਬਖਸ਼ਿਸ਼ ਗੁਰੂ ਕਰ ਦੇਗਾ। ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਸਾਹਿਬ ਦਾ। ਕਿਉਂ ਕਹੀਦਾ ਨਾਮ ਜਪਣ ਵਾਲਿਆਂ ਨੂੰ ਘਰ ਚਰਨ ਪਾਓ? ਕੌਣ ਕਹਿੰਦਾ ਚਰਨ, ਕਿਸੇ ਦੇ ਚਰਨ ਕੋਈ ਪਾਉਂਦਾ? ਕੌਣ ਕਹਿੰਦਾ ਅੱਖ ਆਪਣੀ ਦ੍ਰਿਸ਼ਟੀ ਨਾਲ ਦੇਖੋ, ਹੱਥ ਰੱਖੋ ਮੇਰੇ ਬੱਚੇ ਤੇ? ਕਿਉਂ? ਕਿਉਂਕਿ ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਟਪਕ ਰਿਹਾ ਹੈ, ਸਾਡੀ ਦ੍ਰਿਸ਼ਟੀ 'ਚ ਮੈਲ ਹੈ। ਤਾਂ ਮਹਾਰਾਜ ਕਹਿੰਦੇ ਨੇ ਇੱਥੇ ਆ ਕੇ ਖਾਲੀ ਗੁਣਾ ਵਾਲਾ ਹੀ ਨਹੀਂ ਬਣਦਾ, ਗੁਣ ਵੰਡਣ ਵਾਲਾ ਵੀ ਬਣ ਜਾਂਦਾ ਹੈ, ਗੁਣ ਵੰਡ ਵੀ ਸਕਦਾ ਹੈ। ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਏ। ਤਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਅਸੀਂ ਗੁਰਪੁਰਬ ਮਨਾਉਣ ਦਾ ਉਪਰਾਲਾ ਗੁਰੂ ਸਾਹਿਬ ਨੇ ਕਰਵਾਇਆ ਹੈ। ਬੇਅੰਤ ਭੁੱਲਾਂ ਗਲਤੀਆਂ ਦਾਸ ਪਾਸੋਂ ਹੋਈਆਂ ਨੇ, ਉਹ ਖਿਮਾ ਕਰ ਦੇਣਾ, ਉਹ ਦਾਸ ਦੀ ਝੋਲੀ 'ਚ ਪਾ ਦੇਣਾ। ਗੁਣ ਕੋਈ ਚੰਗੀ ਗੱਲ ਗੁਰੂ ਦੀ ਹੈ, ਉਹਨੂੰ ਜ਼ਰੂਰ ਹਿਰਦੇ ਵਿੱਚ ਵਸਾਉਣਾ ਔਰ ਆਪਣੇ ਜੀਵਨ ਵਿੱਚ ਢਾਲਣ ਦਾ ਜ਼ਰੂਰ ਯਤਨ ਕਰਨਾ। ਸਾਰੀ ਸੰਗਤ ਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ।
ਮਹਾਰਾਜ ਇਸੇ ਤਰ੍ਹਾਂ ਪ੍ਰੇਮ ਪਿਆਰ ਬਖਸ਼ੇ। ਅਸੀਂ ਗੁਰੂਆਂ ਦੀ ਬਾਣੀ ਨੂੰ ਬੜੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੇ ਇਸ ਬਾਣੀ ਨਾਲ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।